हेलो दोस्तों, वेलकम टू सिद्धि पंजाब। ਅੱਜ ਫਿਰ ਆਪਾਂ ਕਰੰਟ ਅਫੇਅਰਸ ਦੀ ਡਿਸਕਸ਼ਨ ਕਰਨ ਵਾਲੇ ਹਾਂ। 13 ਤੋਂ ਲੈ ਕੇ 14 ਜੂਨ ਤੱਕ ਦੇ ਜਿਹੜੇ ਵੀ ਇੰਪੋਰਟੈਂਟ ਕਰੰਟ ਅਫੇਅਰਸ ਆ ਐਗਜ਼ਾਮ ਲਈ, ਉਹ ਆਪਾਂ ਸਭ ਡਿਸਕਸ ਕਰਾਂਗੇ। ਠੀਕ ਹੈ ਜੀ। ਅੱਗੇ ਵਧਣ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦੀ ਹਾਂ ਕਿ ਪੰਜਾਬ PCS 'ਚ ਤੁਹਾਡੀ ਮਦਦ ਕਰਨ ਲਈ ਅਸੀਂ ਪਹਿਲਾਂ ਹੀ ਟੈਸਟ ਸੀਰੀਜ਼ ਜਿਹੜੀ ਹੈ ਸਟਾਰਟ ਕਰ ਦਿੱਤੀ ਹੈ। ਹੁਣ ਤੁਸੀਂ ਮੋਸਟ ਆਫ ਦੇ ਐਗਜ਼ਾਮਸ ਤੋਂ ਫ੍ਰੀ ਹੋਣ ਵਾਲੇ ਹੋ। ਪੰਜਾਬ PCS ਹੀ ਰਹਿ ਜਾਏਗਾ ਜਿਹੜਾ ਤੁਹਾਡਾ ਅਲਟੀਮੇਟ ਟਾਰਗੇਟ ਹੋਣਾ ਹੈ। ਨੈਪ ਦਾ ਪੇਪਰ ਵੀ 18 ਜੂਨ ਨੂੰ ਮੁੱਕ ਜਾਣਾ ਹੈ। UPSC ਦਾ ਆਲਰੇਡੀ ਓਵਰ ਹੈ, ਰਿਜ਼ਲਟ ਵੀ ਆ ਗਿਆ ਹੈ। ਜਿਨ੍ਹਾਂ ਦਾ ਪੋਜ਼ੀਟਿਵ ਰਿਜ਼ਲਟ ਆਇਆ ਹੈ ਉਹਨਾਂ ਨੂੰ ਵਧਾਈ, ਤੇ ਦੂਸਰੇ ਲੋਕ ਵੀ ਹਿੰਮਤ ਨਾ ਹਾਰਨ। ਅੱਗੇ ਆਉਣ ਵਾਲੇ ਪੇਪਰਾਂ ਦੀ ਆਪਾਂ ਹੁਣ ਰੱਜ ਕੇ ਤਿਆਰੀ ਕਰਨੀ ਹੈ। ਜਿੰਨੇ ਵੀ ਤੁਹਾਨੂੰ ਲੱਗਦਾ ਤੁਹਾਡੀ ਮਿਸਟੇਕਸ ਹੋਈਆਂ ਹੈ ਉਹਨਾਂ ਨੂੰ ਇਵੈਲੂਏਟ ਕਰਨ ਦੀ ਕੋਸ਼ਿਸ਼ ਕਰੋ, ਤੇ ਅੱਗੇ ਆਉਣ ਵਾਲੇ ਸਮੇਂ 'ਚ ਜਿੰਨੇ ਵੀ ਪੇਪਰ ਲਿਖੋਗੇ ਇਹ ਮੇਕ ਸ਼ੋਰ ਕਰਨਾ ਹੈ ਕਿ ਉਹ ਗਲਤੀ ਦੁਬਾਰਾ ਨਾ ਹੋਵੇ। ਠੀਕ ਹੈ ਜੀ। ਗਲਤੀ ਹਰ ਕੋਈ ਕਰਦਾ ਹੈ, ਬਟ ਜਿਹੜਾ ਗਲਤੀ ਨੂੰ ਰਿਪੀਟ ਕਰਦਾ ਹੈ ਉਹ ਫਿਰ ਗੁਨੇਗਾਰ ਹੁੰਦਾ ਹੈ। ਠੀਕ ਹੈ ਜੀ। ਗਲਤੀ ਦੁਬਾਰਾ ਰਿਪੀਟ ਨਹੀਂ ਕਰਨੀ ਹੈ। ਤਾਂ ਇਸੇ ਲਈ ਆ ਟੈਸਟ ਸੀਰੀਜ਼, ਸ਼ਡਿਊਲ ਟੈਸਟ ਸੀਰੀਜ਼ ਲਓ। 4 ਮਹੀਨੇ ਦੀ ਇਹ ਟੈਸਟ ਸੀਰੀਜ਼ ਹੈ। ਤੁਹਾਡਾ ਸਾਰਾ ਸਿਲੇਬਸ ਜਿਹੜਾ ਹੈ 3 ਵਾਰ ਰਿਵਾਈਜ਼ ਕਰਾਉਣ ਦਾ ਸਾਡਾ ਟਾਰਗੇਟ ਹੈ। 2 ਸੈਕਸ਼ਨਲ ਟੈਸਟ ਹੋਣਗੇ ਹਰ ਸਬਜੈਕਟ ਦੇ। ਸੈਕਸ਼ਨਲ ਮਤਲਬ ਸਿਰਫ ਪੋਲਿਟੀ ਦਾ ਟੈਸਟ ਜਿਵੇਂ ਹੋ ਗਿਆ, ਸਿਰਫ ਹਿਸਟਰੀ ਦਾ ਟੈਸਟ ਹੋ ਗਿਆ, ਸਿਰਫ ਇਕੋਨੋਮੀ ਦਾ ਟੈਸਟ ਹੋਇਆ, ਤਾਂ 2 ਹਰ ਸਬਜੈਕਟ ਦੇ ਅੱਧਾ ਸਿਲੇਬਸ ਡਿਵਾਈਡ ਕਰਕੇ ਸੈਕਸ਼ਨਲ ਟੈਸਟ ਰੱਖੇ ਹੋਏ ਆ ਤਾਂ ਕਿ ਤੁਸੀਂ ਟਾਈਮਲੀ ਰਿਵੀਜ਼ਨ ਕਰ ਸਕੋ। ਐਂਡ ਫਿਰ ਫੁੱਲ ਲੈਂਥ ਟੈਸਟ ਹੋਣਗੇ, ਇੱਕ ਪੂਰਾ ਪੰਜਾਬ ਦੇ ਤੁਹਾਡੇ ਪੂਰੇ ਸਿਲੇਬਸ ਦਾ ਇੱਕ ਫੁੱਲ ਲੈਂਥ ਟੈਸਟ ਹੋ। 3 ਅਦਰ ਟੈਸਟ ਹੋਣਗੇ ਤੁਹਾਡੇ ਫੁੱਲ ਲੈਂਥ ਟੈਸਟ। ਠੀਕ ਹੈ। ਇਸ ਤਰੀਕੇ ਨਾਲ ਇਹ ਡਿਵਾਈਡ ਕੀਤਾ ਗਿਆ ਹੈ, ਡਿਜ਼ਾਈਨ ਕੀਤਾ ਗਿਆ ਹੈ ਤਾਂ ਕਿ ਤੁਹਾਡੀ ਸਾਰੀ ਤਿਆਰੀ ਜਿਹੜੀ ਹੈ ਅੱਛੇ ਤਰੀਕੇ ਨਾਲ ਹੋ ਜਾਏ। ਸਿਲੇਬਸ ਜਿਹੜਾ ਹੈ 3 ਵਾਰ ਰਿਵਾਈਜ਼ ਹੋ ਜਾਵੇ। ਠੀਕ ਹੈ। ਤਾਂ ਦੇਰ ਨਾ ਕਰੋ, ਜਸਟ ਜੁਆਇਨ ਦਿਸ ਟੈਸਟ ਸੀਰੀਜ਼। 18 ਜੂਨ ਤੋਂ ਇਹ ਟੈਸਟ ਸੀਰੀਜ਼ ਸ਼ੁਰੂ ਹੋਏਗੀ। ਰਾਈਟ। ਜਿਹੜੇ ਬੱਚੇ ਨੈਬ ਦਾ ਪੇਪਰ ਵੀ ਲਿਖ ਰਹੇ ਆ ਉਹ ਵੀ ਇਹ ਟੈਸਟ ਸੀਰੀਜ਼ ਜੁਆਇਨ ਕਰ ਸਕਦੇ ਆ। ਤੁਸੀਂ 18 ਨੂੰ ਪੇਪਰ ਦੇ ਕੇ 19 ਨੂੰ ਲਿਖ ਲਿਓ, ਇੱਕ ਅੱਧੇ ਦਿਨ ਨਾਲ ਕੋਈ ਫਰਕ ਨਹੀਂ ਹੁੰਦਾ। ਤੁਸੀਂ ਸਾਰੀ ਨੈਬ ਲਈ ਤਿਆਰੀ ਵੈਸੇ ਵੀ ਕੀਤੀ ਹੋਏਗੀ, ਤਾਂ 18 ਜੂਨ ਵਾਲਾ ਟੈਸਟ ਵੀ ਤੁਸੀਂ ਦੇ ਹੀ ਸਕਦੇ ਹੋ। ਆਈ ਹੋਪ ਦੈਟ। ਠੀਕ ਹੈ ਜੀ। ਤਾਂ ਇਸੇ ਲਈ ਡੂ ਨਾਟ ਡਿਲੇ ਯੋਰ ਪ੍ਰੈਪਰੇਸ਼ਨ, ਟੇਕ ਦ ਟੈਸਟ ਸੀਰੀਜ਼। ਜਿੰਨਾ ਵੀ ਕੁਝ ਨਵਾਂ ਸਿੱਖਣ ਨੂੰ ਮਿਲੂਗਾ, ਜਿਵੇਂ ਪੰਜਾਬ ਦਾ ਪੋਰਸ਼ਨ, ਵਰਲਡ ਹਿਸਟਰੀ ਦਾ ਪੋਰਸ਼ਨ, ਉਹ ਸਭ ਤੁਸੀਂ ਆਪਦੇ ਕੋਲ ਐਕਸਟਰਾ ਪੁਆਇੰਟਸ ਬਣਾ ਕੇ ਰੱਖ ਸਕਦੇ ਹੋ। ਬਾਕੀ ਆਪਦੀ ਸਟੈਟਿਕ ਪੋਰਸ਼ਨ ਦੀ ਰਿਵੀਜ਼ਨ ਵੀ ਕਰ ਸਕਦੇ ਹੋ। ਰਾਈਟ। ਤੇ ਕਰੰਟਲੀ ਇਹ ਤੇ 20% ਡਿਸਕਾਊਂਟ ਆਫਰ ਵੀ ਚੱਲ ਰਿਹਾ ਹੈ ਜਿਹੜਾ ਅਗਲੇ ਆਉਣ ਵਾਲੇ 2 ਦਿਨਾਂ ਵਿੱਚ ਖਤਮ ਹੋ ਜਾਣਾ ਹੈ। ਤਾਂ ਜਸਟ ਜੁਆਇਨ ਇਟ ਐਜ਼ अर्ਲੀ ਐਜ਼ ਪੋਸੀਬਲ। ਤੁਹਾਨੂੰ ਕੋਈ ਵੀ ਇਸ਼ੂ ਹੋਵੇ, ਯੂ ਕੈਨ ਡਿਸਕਸ ਇਟ ਵਿਦ ਮੀ, ਯੂ ਕੈਨ ਜਸਟ ਮੈਸੇਜ ਮੀ ਐਟ ਦਿਸ ਨੰਬਰ ਐਂਡ ਆਈਲ ਡਿਸਕਸ ਯੋਰ ਡਾਊਟਸ ਵਿਦ ਯੂ। ਤੁਸੀਂ ਹਰ ਟੈਸਟ ਤੋਂ ਬਾਅਦ ਆਪਦੀ ਪਰਫੋਰਮੈਂਸ ਵੀ ਮੇਰੇ ਨਾਲ ਡਿਸਕਸ ਕਰ ਸਕਦੇ ਹੋ। ਆਈਲ ਬੀ ਦੇयर ਟੂ ਗਾਈਡ ਯੂ ਕਿ ਕਿਵੇਂ ਇੰਪਰੂਵ ਕੀਤਾ ਜਾ ਸਕਦਾ ਹੈ, ਕਿਆ ਇਸ਼ੂਜ਼ ਆ ਰਹੇ ਨੇ। ਰਾਈਟ। ਸੋ ਆਈਲ ਬੀ ਦੇयर ਐਜ਼ ਅ ਮੈਂਟਰ ਫॉर ਯੂ। ਠੀਕ ਹੈ ਜੀ। ਤਾਂ ਇਹ ਟੈਸਟ ਸੀਰੀਜ਼ ਨੂੰ ਜੁਆਇਨ ਕਰੋ ਐਂਡ ਇਹਦਾ ਲਾਭ ਉਠਾਓ। ਰਾਈਟ। ਹੁਣ ਆਪਾਂ ਸ਼ੁਰੂ ਕਰ ਲੈਂਦੇ ਅੱਜ ਦੀ ਡਿਸਕਸ਼ਨ ਤੋਂ। ਅੱਜ ਦੇ ਜਿਹੜੇ ਇੰਪੋਰਟੈਂਟ ਟੌਪਿਕਸ ਜਿਹੜੇ ਆਪਾਂ ਡਿਸਕਸ ਕਰਨੇ ਆ ਉਹ ਇਹ 6 ਨੇ। ਰਾਈਟ। ਸਭ ਤੋਂ ਪਹਿਲਾ ਟੌਪਿਕ ਹੈ ਪੰਜਾਬ ਇਕੋਨਮੀ ਤੇ। ਪੰਜਾਬ ਦੇ ਫਾਈਨੈਂਸ ਮਿਨਿਸਟਰ ਨੇ ਗੱਲ ਕੀਤੀ ਹੈ ਲਾਂਚ ਕਰਨ ਲਈ ਵਿਜ਼ਨ ਡਾਕੂਮੈਂਟ। ਠੀਕ ਹੈ। ਇਹਦੇ ਬਾਰੇ ਡਿਟੇਲ 'ਚ ਡਿਸਕਸ ਕਰਾਂਗੇ। ਫਿਰ ਟੂਰਿਜ਼ਮ ਪ੍ਰਮੋਟ ਕਰਨ ਲਈ ਪੰਜਾਬ ਤੇ ਆਪਣਾ ਟੂਰਿਜ਼ਮ ਮਿਨਿਸਟਰ ਜਿਹੜੇ ਆ ਉਹ ਕੰਮ ਕਰ ਰਹੇ ਨੇ, ਇਹਦੇ ਬਾਰੇ ਵੀ ਦੇਖ ਲਵਾਂਗੇ। ਥਰਡ ਟੌਪਿਕ ਹੈਗਾ ਇੰਡੀਆ ਸਾਇੰਸ ਡਿਜੀਟਲ ਪੇਮੈਂਟ ਟੈਕਨੋਲੋਜੀ ਸ਼ੇਅਰਿੰਗ ਦਾ ਅਗਰੀਮੈਂਟ ਵਿਦ 3 ਨੇਸ਼ਨਸ। ਇੰਡੀਆ ਵਿੱਚ ਦੇਖੋ UPI ਪੇਮੈਂਟਸ ਜਿਹੜੀਆਂ ਹੈ ਅੱਜ ਕੱਲ੍ਹ ਬਹੁਤ ਜ਼ਿਆਦਾ ਫੇਮਸ ਹੋ ਗਈਆਂ ਹੈ। ਤਾਂ ਇੰਡੀਅਨ ਗਵਰਨਮੈਂਟ ਨੇ ਜਿਹੜਾ ਇਹ ਡਿਜੀਟਲ ਪੇਮੈਂਟ ਦਾ ਸਿਸਟਮ ਬਣਾਇਆ ਹੈ, ਇਹ ਇੰਡੀਆ ਬਾਕੀ ਨੇਸ਼ਨਸ ਨਾਲ ਵੀ ਹੁਣ ਸ਼ੇਅਰ ਕਰਨ ਵਾਲਾ ਹੈ। ਰਾਈਟ। ਫੋਰਥ ਟੌਪਿਕ ਆਪਾਂ ਸਾਈਕਲੋਨ ਬਿਪਰਜੋਏ, ਪਿਛਲੀ ਵੀਡੀਓ 'ਚ ਵੀ ਆਪਾਂ ਇਹ ਡਿਸਕਸ ਕੀਤਾ ਸੀ। ਅੱਜ ਇਹ ਆਪਣੀ ਪ੍ਰੋਬਲਮ ਸੋਲਵਿੰਗ ਦੇ ਪਰਸਪੈਕਟਿਵ ਤੋਂ ਕਾਫੀ ਇੰਪੋਰਟੈਂਟ ਆਇਆ ਹੈ। ਇਹਨੂੰ ਡਿਟੇਲ 'ਚ ਡਿਸਕਸ ਕਰਾਂਗੇ। ਬਹੁਤ ਹੀ ਅੱਛਾ ਆਰਟੀਕਲ ਸੀ, ਇਸ ਲਈ ਮੈਂ ਤੁਹਾਡੇ ਲਈ GS4 ਪ੍ਰੋਬਲਮ ਸੋਲਵਿੰਗ ਦੇ ਪਰਸਪੈਕਟਿਵ ਤੋਂ ਇਸ 'ਚੋਂ ਸਾਰੇ ਇੰਪੋਰਟੈਂਟ ਪੁਆਇੰਟ ਕੱਢ ਕੇ ਤੁਹਾਡੇ ਸਾਹਮਣੇ ਪ੍ਰੈਜ਼ੈਂਟ ਕੀਤੇ ਆ। ਇਹ ਸਾਰੇ ਪੁਆਇੰਟਸ ਲਿਖ ਲਿਓ। ਇਹ ਤੁਸੀਂ ਆਪਦੇ ਪੰਜਾਬ PCS ਦੇ ਪ੍ਰੋਬਲਮ ਸੋਲਵਿੰਗ ਦੇ ਆਨਸਰਸ 'ਚ ਯੂਜ਼ ਕਰ ਸਕਦੇ ਹੋ, ਜਾਂ ਜਿਹੜੇ ਲੋਕ UPSC ਲਿਖ ਰਹੇ ਆ ਉਹ ਐਥਿਕਸ ਦੇ ਪੇਪਰ ਵਿੱਚ ਇਹ ਯੂਜ਼ ਕਰ ਸਕਦੇ ਆ। ਬਹੁਤ ਹੀ ਅੱਛਾ ਆਰਟੀਕਲ ਹੈ। ਰਾਈਟ। ਉਹ ਤੋਂ ਬਾਅਦ ਇੰਡੀਆ ਬਾਂਗਲਾਦੇਸ਼ ਦੀ ਟਾਕਸ ਹੋਈਆਂ ਹੈ, ਇਹਦੇ ਬਾਰੇ ਦੇਖ ਲਵਾਂਗੇ। ਐਂਡ ਫਾਈਨਲੀ ਡਾਇਬਟੀਜ਼ ਤੇ ਕੁਝ ਡਾਟਾ ਆਇਆ ਹੈ, ਉਹਨੂੰ ਵੀ ਆਪਾਂ ਡਿਸਕਸ ਕਰ ਲਵਾਂਗੇ। ਰਾਈਟ। ਅੱਗੇ ਵਧਣ ਤੋਂ ਪਹਿਲਾਂ ਪਲੀਜ਼ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰੋ ਸਾਡਾ ਚੈਨਲ ਵਿਦ ਐਸ ਮਚ ਐਸਪੀਰੈਂਸ ਐਜ਼ ਯੂ ਕੈਨ। of late I have been receiving very good response from you that feels good, that I feel motivated to give you more quality content and more frequently the content that I can provide you. ਇਸੇ ਤਰੀਕੇ ਨਾਲ ਚੈਨਲ ਨੂੰ ਵਧਾਵਾ ਦਿੰਦੇ ਰਹੋ। will keep providing you new content, new programs that will help you in your preparation। ਤੇ ਮੈਂ ਇਹ ਵੀ ਅਨਾਉਂਸ ਕਰਨਾ ਚਾਹਨੀ ਹੈ, although
ਹਜੇ ਮੈਂ ਪਲਾਨ ਆਊਟ ਕਰ ਰਹੀ ਹਾਂ ਸ਼ਡਿਊਲ ਉਹਦਾ, ਦੈਟ ਆਈ ਵਿਲ ਸਟਾਰਟ ਅ ਮੈਂਟਰਸ਼ਿਪ ਪ੍ਰੋਗਰਾਮ ਵੈਰੀ ਅਰਲੀ। ਮੈਂਟਰਸ਼ਿਪ ਮਤਲਬ 1 to 1 ਤੁਹਾਡੀ ਪਰਫੋਰਮੈਂਸ ਨੂੰ ਮੈਂ ਅਸੈਸ ਕਰਾਂਗੀ। ਬੇਸਿਕ 3 ਮਹੀਨੇ ਦੀ ਕਲਾਸਿਸ ਵੀ ਉਸ 'ਚ ਇੰਟਰੋਡਿਊਸ ਹੋਣਗੀਆਂ ਤੁਹਾਨੂੰ ਬੇਸਿਕ ਸਮਝਾਉਣ ਲਈ, ਐਂਡ 1 to 1 ਇੰਟਰੈਕਸ਼ਨਸ ਵੀ ਹੋਣਗੀਆਂ ਤਾਂ ਕਿ ਇੰਡੀਵਿਜੂਅਲ ਲੈਵਲ 'ਤੇ ਮੈਂ ਤੁਹਾਡਾ ਪਰਫੋਰਮੈਂਸ ਅਸੈਸਮੈਂਟ ਕਰ ਸਕਾਂ, ਰਾਈਟ। ਅਗਰ ਤੁਹਾਨੂੰ ਵੀ ਇੰਟਰਸਟ ਹੈ ਤਾਂ ਯੂ ਕੈਨ ਮੈਸੇਜ ਮੀ, ਉਸ ਅਕੋਰਡਿੰਗ ਆਈ ਵਿਲ ਬੀ ਪਲੈਨਿੰਗ ਦ ਬੈਚਿਸ ਆਲਸੋ। ਤਾਂ ਜਲਦ ਹੀ ਇਹਦੀ ਸਾਰੀ ਇਨਫੋਰਮੇਸ਼ਨ, ਫੀ ਸਟਰਕਚਰ, ਸ਼ਡਿਊਲ ਜਿਹੜਾ ਹੈ ਮੈਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰੂੰਗੀ, ਰਾਈਟ। ਲੈਟਸ ਸਟਾਰਟ ਵਿਦ ਆਰ ਫਰਸਟ ਟੌਪਿਕ, 10% ਡਿਸਕਾਊਂਟ ਗਰੋਥ ਵਿਜ਼ਨ ਡਾਕੂਮੈਂਟ। ਤਾਂ ਸਭ ਤੋਂ ਪਹਿਲਾਂ ਨਿਊਜ਼ ਕਹਿ ਰਹੀ ਹੈ, ਦੇਖੋ ਆਪਣੇ ਫਾਈਨੈਂਸ ਮਿਨਿਸਟਰ ਪੰਜਾਬ ਦੇ ਜਿਹੜੇ ਨੇ ਹਰਪਾਲ ਸਿੰਘ ਚੀਮਾ, ਇਹਨਾਂ ਨੇ ਰੀਸੈਂਟਲੀ ਇੱਕ ਮੀਟਿੰਗ ਦੇ ਦੌਰਾਨ ਇਹ ਕਿਹਾ ਕਿ ਪੰਜਾਬ ਗਵਰਨਮੈਂਟ ਜਿਹੜੀ ਹੈ ਉਹ ਇੱਕ ਵਿਜ਼ਨ ਡਾਕੂਮੈਂਟ ਬਣਾ ਰਹੀ ਹੈ। ਵਿਜ਼ਨ ਮਤਲਬ ਫਿਊਚਰ ਲਈ ਪਲਾਨ, ਠੀਕ ਹੈ। ਪੰਜਾਬ ਦੀ ਇਕਨੋਮਿਕ ਗਰੋਥ ਨੂੰ ਪੁਸ਼ ਕਰਨ ਲਈ ਫਿਊਚਰ ਲਈ ਪੰਜਾਬ ਗਵਰਨਮੈਂਟ ਇੱਕ ਵਿਜ਼ਨ ਡਾਕੂਮੈਂਟ ਪਲਾਨ ਬਣਾ ਰਹੀ ਹੈ, ਜਿਹਦਾ ਟਾਰਗੇਟ ਕਿਆ ਹੋਏਗਾ ਕਿ 2030 ਆਉਣ ਤੱਕ ਪੰਜਾਬ ਦੀ ਗਰੋਥ ਰੇਟ ਜਿਹੜੀ ਹੈ 7.5% ਹੋ ਜਾਵੇ ਤੇ 2047 ਆਉਂਦੇ ਆਉਂਦੇ ਇਹ 10% ਤੱਕ ਪਹੁੰਚ ਜਾਏ, ਠੀਕ ਹੈ। ਇਹਨੂੰ ਸਮਝਣ ਲਈ ਦੇਖੋ ਕਰੰਟਲੀ ਇੰਡੀਆ ਦੀ ਗਰੋਥ ਰੇਟ ਕਿੰਨੀ ਚੱਲ ਰਹੀ ਹੈ, ਅਰਾਊਂਡ 7%। ਕੋਵਿਡ ਤੋਂ ਬਾਅਦ ਕਾਫੀ ਜ਼ਿਆਦਾ ਇੰਡੀਆ ਦੀ ਗਰੋਥ ਰੇਟ ਨੂੰ ਇੰਪੈਕਟ ਹੋਇਆ ਸੀ, ਤਾਂ ਹੁਣ ਇਹ ਪ੍ਰੈਜ਼ੈਂਟਲੀ ਅਰਾਊਂਡ 7% ਚੱਲ ਰਹੀ ਹੈ। ਤੇ ਪੰਜਾਬ ਦੀ ਅਗਰ ਤੁਸੀਂ ਦੇਖੋ ਤਾਂ ਇਹ 6% ਦੇ ਅਕੋਰਡਿੰਗ 6% ਦੇ ਅਰਾਊਂਡ ਚੱਲ ਰਹੀ ਹੈ, ਠੀਕ ਹੈ ਜੀ। ਇੰਡੀਆ 'ਚ ਅਗਰ ਤੁਸੀਂ ਦੇਖੋ ਸਿਰਫ ਕੁਛ 2-3 ਸਾਲਾਂ ਲਈ ਹੀ ਆਪਾਂ ਡਬਲ ਡਿਜਿਟ ਦੇ ਕੋਲੇ ਜਾਂ 9% ਗਰੋਥ ਰੇਟ ਦੇਖੀ ਹੈ। ਮਨਮੋਹਨ ਸਿੰਘ ਐਰਾ ਜਦੋਂ ਉਹਨਾਂ ਦੀ ਫਰਸਟ ਰੂਲ ਆਇਆ ਸੀ, ਉਸ ਟਾਈਮ ਤੇ ਮਨਮੋਹਨ ਸਿੰਘ ਗਵਰਨਮੈਂਟ ਨੇ ਕਾਫੀ ਇਕਨੋਮਿਕ ਰਿਫਾਰਮਸ ਲਿਆਂਦੇ ਸੀ। ਉਸ ਟਾਈਮ ਤੇ ਇੰਡੀਅਨ ਇਕੋਨੋਮੀ ਲਈ ਅੱਛਾ ਟਾਈਮ ਵੀ ਚੱਲ ਰਿਹਾ ਸੀ। ਉਦੋਂ ਆਪਾਂ 9 ਤੋਂ 11% ਤੱਕ ਗਰੋਥ ਰੇਟ ਫਲਕਚੁਏਟਿੰਗ ਦੇਖੀ ਸੀ, ਐਂਡ ਦੈਟ ਵਾਜ਼ ਦੀ ਬੈਸਟ ਟਾਈਮ ਫॉर ਇੰਡੀਅਨ ਇਕੋਨੋਮੀ। ਤੇ ਉਦੋਂ ਤੋਂ ਹੀ ਇੰਡੀਆ ਅੱਜ ਤੱਕ ਸਟਰਗਲ ਕਰ ਰਿਹਾ ਹੈ ਉਸ ਲੈਵਲ ਤੇ ਦੁਬਾਰਾ ਪਹੁੰਚਣ ਦਾ, ਰਾਈਟ। ਸੋ ਇੰਡੀਆ ਦੇ ਵਾਂਗੂ ਪੰਜਾਬ ਵੀ ਪਹਿਲਾਂ ਬਹੁਤ ਹੀ ਪ੍ਰੋਸਪਰਸ ਸਟੇਟ ਹੁੰਦੀ ਸੀ, ਬਟ ਹੁਣ ਸਾਡੀ ਗਰੋਥ ਰੇਟ ਕਾਫੀ ਘਟ ਗਈ ਹੈ। ਇਸੇ ਲਈ ਹੁਣ ਦੇਖੋ ਪਲੈਨਡ ਵੇ ਵਿੱਚ ਪੰਜਾਬ ਜਿਹੜਾ ਹੈ ਹਾਈ ਗਰੋਥ ਰੇਟ ਅਚੀਵ ਕਰਨ ਦਾ ਸੋਚ ਰਿਹਾ ਹੈ। ਇਸੇ ਲਈ ਵਿਜ਼ਨ ਡਾਕੂਮੈਂਟ ਜਿਹੜਾ ਹੈ ਲਾਂਚ ਕੀਤਾ ਜਾਏਗਾ, ਠੀਕ ਹੈ। ਵਿਜ਼ਨ ਡਾਕੂਮੈਂਟ ਦਾ ਮਤਲਬ ਕਿਆ ਹੁੰਦਾ ਹੈ ਕਿ ਇਹ ਜਿਹੇ ਇਸ 'ਚ ਸਟ੍ਰੈਟਜੀਜ਼, ਟਾਰਗੇਟਸ ਬਣਾਏ ਜਾਣਗੇ ਸ਼ਾਰਟ ਟਰਮ ਤੇ ਲੌਂਗ ਟਰਮ ਦੇ, ਕਿ ਜਿਹਦੇ ਥਰੂ ਆਪਣੀ ਗਰੋਥ ਨੂੰ ਵਧਾਇਆ ਜਾ ਸਕਦਾ ਹੈ। ਜਿਵੇਂ ਸਮਝ ਲਓ ਐਕਸਪਰਟਸ ਜਾਂ ਇਕੋਨੋਮਿਸਟ ਕਿਆ ਕਰਨਗੇ, ਆਪਦੀ ਰਿਕਮੈਂਡੇਸ਼ਨ ਦੇਣਗੇ ਕਿ ਐਗਰੀਕਲਚਰ ਦੇ ਸੈਕਟਰ ਵਿੱਚ ਇਸ ਤਰੀਕੇ ਨਾਲ ਰਿਫਾਰਮਸ ਲਿਆਓ, ਇੰਡਸਟਰੀ ਵਿੱਚ ਇਹ ਪ੍ਰਮੋਟ ਕਰੋ, ਸਰਵਿਸਿਜ਼ ਸੈਕਟਰ ਨੂੰ ਇਸ ਤਰੀਕੇ ਨਾਲ ਪ੍ਰਮੋਟ ਕਰੋ। ਓਵਰਆਲ ਇਹ ਸਭ ਕਰਨ ਨਾਲ ਪੰਜਾਬ ਦੀ ਗਰੋਥ ਰੇਟ ਵਧੇਗੀ, ਰਾਈਟ। ਦੈਟ ਇਜ਼ ਬੇਸਿਕਲੀ ਤੁਹਾਡਾ ਵਿਜ਼ਨ ਡਾਕੂਮੈਂਟ, ਰਾਈਟ। ਪੰਜਾਬ ਦੀ ਨੀਡਸ ਦੇ ਅਕੋਰਡਿੰਗ, ਪੰਜਾਬ ਦੀ ਸਿਚੁਏਸ਼ਨ ਦੇ ਅਕੋਰਡਿੰਗ ਇਹ ਵਿਜ਼ਨ ਡਾਕੂਮੈਂਟ, ਇਹ ਸਟ੍ਰੈਟਜੀਜ਼ ਤਿਆਰ ਕੀਤੀਆਂ ਜਾਣਗੀਆਂ, ਰਾਈਟ। ਉਸ ਤੋਂ ਬਾਅਦ ਆਪਣੇ ਫਾਈਨੈਂਸ ਮਿਨਿਸਟਰ ਇੱਕ ਇੰਪੋਰਟੈਂਟ ਟਰਮ ਕਹਿੰਦੇ ਨੇ ਕਨਵਰਜੈਂਸ ਆਫ ਸਕੀਮਸ ਤੇ ਪ੍ਰੋਗਰਾਮਸ ਤੇ ਫੋਕਸ ਕੀਤਾ ਜਾਏਗਾ। ਕਨਵਰਜੈਂਸ ਦਾ ਕਿਆ ਮਤਲਬ ਹੈ, ਬਹੁਤ ਇੰਪੋਰਟੈਂਟ ਟਰਮ ਹੈ, ਇਹਨੂੰ ਆਪਦੇ ਕੋਲ ਲਿਖ ਕੇ ਰੱਖਿਓ। ਗਵਰਨੈਂਸ ਦੇ ਆਨਸਰਸ 'ਚ ਸਪੈਸ਼ਲੀ ਇਹ ਤੁਹਾਡੇ ਬਹੁਤ ਕੰਮ ਆਏਗੀ। ਕਨਵਰਜੈਂਸ ਦੇਖੋ ਕਰੰਟਲੀ ਕਿਆ ਹੁੰਦਾ ਹੈ ਇੰਡੀਆ ਦੇ ਵਿੱਚ, ਜਾਂ ਤੁਸੀਂ ਪੰਜਾਬ ਵਿੱਚ ਕਹਿ ਲਓ, ਨੰਬਰ ਆਫ ਸਕੀਮਸ ਆਰ ਗੋਇੰਗ ਔਨ। ਪਾਵਰਟੀ ਨੂੰ ਖਤਮ ਕਰਨ ਲਈ, ਹੰਗਰ ਨੂੰ ਖਤਮ ਕਰਨ ਲਈ, ਡਿਸੀਜ਼ਸ ਨੂੰ ਖਤਮ ਕਰਨ ਲਈ ਵੀ ਹੈਵ ਸੋ ਮੈਨੀ ਸਕੀਮਸ ਗੋਇੰਗ ਔਨ ਇਨ ਈਚ ਫੀਲਡ, ਰਾਈਟ। ਬਟ ਕੀ ਹੁੰਦਾ ਹੈ ਕਿ ਸਾਰੇ ਮਿਲ ਕੇ ਐਫਰਟ ਨਹੀਂ ਕਰ ਰਹੇ, ਰਾਈਟ। ਤੁਸੀਂ ਜਿਵੇਂ ਇਹ ਸਮਝ ਲਓ ਕਿ ਜਿਵੇਂ ਕਿ ਉਹ ਛੋਟੇ ਹੁੰਦੇ ਆਪਾਂ ਕਹਾਣੀ ਪੜ੍ਹੀ ਹੈ ਨਾ ਕਿ ਇੱਕ ਫਾਦਰ ਹੁੰਦਾ ਹੈ ਜਿਹੜਾ ਕਿ ਡੈਥ ਬੈੱਡ ਤੇ ਹੁੰਦਾ ਹੈ, ਉਹ ਆਪਦੇ 5 ਬੇਟਿਆਂ ਨੂੰ ਸਟਿਕ ਦਿੰਦਾ ਹੈ, ਇੱਕ ਸਟਿਕ ਤੋੜਨ ਲਈ ਇੱਕ ਬੰਦੇ ਨੂੰ ਦਿੰਦਾ ਹੈ, ਉਹ ਨਹੀਂ ਤੋੜ ਪਾਉਂਦੇ। ਫਿਰ ਜਦੋਂ ਉਹਨਾਂ ਨੂੰ ਇਕੱਠਿਆਂ ਜ਼ੋਰ ਲਾਉਣ ਲਈ ਕਹਿੰਦਾ ਹੈ ਤਾਂ ਉਹ ਤੋੜ ਪਾਉਂਦੇ ਹੈ। ਉਸੇ ਤਰੀਕੇ ਨਾਲ ਇਹ ਪ੍ਰੋਗਰਾਮ ਦਾ ਮਤਲਬ ਹੈ ਆਪਾਂ ਇੰਨੇ ਸਾਰੇ ਪ੍ਰੋਗਰਾਮ, ਸਕੀਮਸ ਗਵਰਨਮੈਂਟ ਨੇ ਇੱਕ ਇਸ਼ੂ ਨੂੰ ਸੋਲਵ ਕਰਨ ਲਈ ਚਲਾਏ ਹੋਏ ਨੇ, ਅਗਰ ਉਹਨਾਂ ਨੂੰ ਇਕੱਠੇ ਲਿਆਂਦਾ ਜਾਵੇ, ਉਹ ਐਫਰਟਸ ਜੋੜੇ ਜਾਣ, ਡਿਫਰੈਂਟ ਮਿਨਿਸਟਰੀਜ਼, ਡਿਪਾਰਟਮੈਂਟਸ ਜਿਹੜੇ ਹੈ ਹੱਥ ਮਿਲਾ ਕੇ ਕੰਮ ਕਰਨ, ਦੈਨ ਉਹਨਾਂ ਦਾ ਇੰਪੈਕਟ ਜ਼ਿਆਦਾ ਅੱਛਾ ਪਵੇਗਾ, ਠੀਕ ਹੈ। ਪਾਵਰਟੀ ਦੇ ਬਹੁਤ ਸਾਰੇ ਆਸਪੈਕਟਸ ਹੁੰਦੇ ਹੈ, ਪੂਅਰ ਵਾਟਰ ਕੰਡੀਸ਼ਨਸ, ਅਨਇੰਪਲੋਇਮੈਂਟ, ਪੂਅਰ ਫੂਡ ਅਵੇਲੇਬਿਲਿਟੀ। ਤਾਂ ਅਗਰ ਫੂਡ ਡਿਪਾਰਟਮੈਂਟ, ਹੈਲਥ ਡਿਪਾਰਟਮੈਂਟ, ਇਕਨੋਮਿਕ ਜਾਂ ਇੰਪਲੋਇਮੈਂਟ ਨੂੰ ਜਿਹੜਾ ਵੀ ਦੇਖਦਾ ਹੈ, ਲੇਬਰ ਡਿਪਾਰਟਮੈਂਟ ਵਗੈਰਾ, ਅਗਰ ਇਹ ਸਭ ਮਿਲ ਕੇ ਕੰਮ ਕਰਨ ਤਦ ਜਾ ਕੇ ਪੰਜਾਬ ਵਿੱਚੋਂ ਪਾਵਰਟੀ ਐਲੀਵੇਟ ਹੋਏਗੀ, ਰਾਈਟ। ਸੋ ਪੰਜਾਬ ਦੇ ਫਾਈਨੈਂਸ ਮਿਨਿਸਟਰ ਵੀ ਇਹ ਕਹਿ ਰਹੇ ਨੇ ਕਿ ਅਸੀਂ ਜੋ ਹੈ ਕਨਵਰਜੈਂਸ ਤੇ ਫੋਕਸ ਕਰਨਾ ਹੈ ਤਾਂ ਕਿ ਸਾਰੀ ਏਜੰਸੀਜ਼
ਮਿਨਿਸਟਰੀਜ਼ ਡਿਪਾਰਟਮੈਂਟਸ ਜਿਹੜੇ ਆ ਮਿਲ ਕੇ ਪੰਜਾਬ ਦੇ ਇਸ਼ੂਜ਼ ਨੂੰ ਸੋਲਵ ਕਰਨ, ਨਾ ਕਿ ਅਲੱਗ-ਅਲੱਗ ਏਰੀਆ ਵਿੱਚ ਆਪਦੇ ਐਫਰਟਸ ਕਰਦੇ ਰਹਿਣ ਜਿਹਦਾ ਕੋਈ ਰਿਜ਼ਲਟ ਨਾ ਪ੍ਰੋਡਿਊਸ ਹੋਵੇ। ਠੀਕ ਹੈ ਜੀ। ਇੱਕ ਹੋਰ ਜਿਹੜੀ ਫਾਈਨੈਂਸ ਮਿਨਿਸਟਰ ਦੀ ਸਟੇਟਮੈਂਟ ਮੈਨੂੰ ਬਹੁਤ ਅੱਛੀ ਲੱਗੀ, ਟੂ ਰੀਗੇਨ ਦੀ ਓਲਡ ਸਟੋਰੀ ਗਲੋਰੀ ਆਫ ਦੀ ਸਟੇਟ। ਇਹ ਬੜੀ ਇੰਪੋਰਟੈਂਟ ਸਟੇਟਮੈਂਟ ਹੈ। ਦੇਖੋ ਪੰਜਾਬ ਜਿਹੜੀ ਸੀ ਇੱਕ ਬਹੁਤ ਹੀ ਰਿਚ ਸਟੇਟ ਹੁੰਦੀ ਸੀ ਕਿਸੇ ਟਾਈਮ ਤੇ, ਈਵਨ ਦ ਫਰਸਟ ਮੋਸਟ ਰਿਚੈਸਟ ਸਟੇਟ ਆਫ ਇੰਡੀਆ। ਬਟ ਅੱਜ ਕੱਲ੍ਹ ਤੁਸੀਂ ਦੇਖੋ ਕਿ ਪੰਜਾਬ ਦੀ ਐਗਰੀਕਲਚਰ ਜ਼ਿਆਦਾ ਪਰਫੋਰਮ ਨਹੀਂ ਕਰ ਪਾ ਰਹੀ ਅਤੇ ਬਾਕੀ ਸੈਕਟਰਸ ਹਜੇ ਪੰਜਾਬ ਵਿੱਚ ਇੰਨੇ ਡਿਵੈਲਪ ਹੀ ਨਹੀਂ ਹੈ। ਇੰਡਸਟਰੀ ਕੁਛ ਲੈਵਲ 'ਤੇ ਕੁਛ ਏਰੀਆਜ਼ 'ਚ ਡਿਵੈਲਪਡ ਹੈ, ਮੈਜੋਰਿਟੀ ਪੰਜਾਬ ਜਿਹੜਾ ਹੈ ਬਾਰਡਰ ਏਰੀਆ ਹੈ। ਪੰਜਾਬ ਵਿੱਚ ਸਪੈਸ਼ਲੀ ਹੁਣ ਪ੍ਰੈਜ਼ੈਂਟ ਟਾਈਮ 'ਚ ਸੈਪਰੇਟਿਜ਼ਮ ਨੂੰ ਪੁਸ਼ ਕਰਨ ਕਰਕੇ ਇੰਡਸਟਰੀਜ਼ ਜਾਂ ਇਨਵੈਸਟਮੈਂਟਸ ਵੀ ਆਉਣ ਤੋਂ ਕਤਰਾਉਂਦੀਆਂ ਨੇ। ਸੋ ਬਿਕੋਜ਼ ਆਫ ਆਲ ਦੀਜ਼ ਇਸ਼ੂਜ਼ ਪੰਜਾਬ ਹੈਜ਼ ਨੋਟ ਬੀਨ ਡੂਇੰਗ ਵੈਰੀ ਵੈਲ ਇਕਨੋਮਿਕਲੀ, ਰਾਈਟ। ਸੋ ਇਸੇ ਲਈ ਪੰਜਾਬ ਦੇ CM ਦੀ ਇਹ ਗੱਲ ਕਿ ਵੀ ਹੈਵ ਟੂ ਰੀਗੇਨ ਦੈਟ ਸਟੇਟਸ ਦੈਟ ਵੀ ਹੈਡ ਇਨ ਦੀ ਅਰਲੀਅਰ ਟਾਈਮ, ਸਪੈਸ਼ਲੀ ਗ੍ਰੀਨ ਰੈਵੋਲਿਊਸ਼ਨ ਦੇ ਟਾਈਮ 'ਤੇ ਜੋ ਰਿਚਨੈਸ ਪੰਜਾਬ ਨੇ ਦੇਖੀ ਸੀ ਉਹ ਅਸੀਂ ਵਾਪਿਸ ਲਿਆਵਾਂਗੇ ਪੰਜਾਬ ਵਿੱਚ, ਰਾਈਟ। ਸੋ ਯੂ ਕੈਨ ਆਲਸੋ ਯੂਜ਼ ਦਿਸ ਇਨ ਯੋਰ ਆਨਸਰਸ ਔਰ ਐਸੇਜ਼ ਕਿ ਪੰਜਾਬ FM ਫਾਈਨੈਂਸ ਮਿਨਿਸਟਰ ਦਾ ਇਹ ਟਾਰਗੇਟ ਹੈ ਐਂਡ ਅਸੀਂ ਉਹਨੂੰ ਅਚੀਵ ਕਰਨ ਲਈ ਇਹ ਵਿਜ਼ਨ ਡਾਕੂਮੈਂਟ ਵੀ ਲਿਆ ਰਹੇ ਹਾਂ, ਰਾਈਟ। ਦਿਸ ਇਜ਼ ਹਾਊ ਯੂ ਕੈਨ ਯੂਜ਼ ਦਿਸ ਆਰਟੀਕਲ। ਇਹਦੇ ਮੇਨ ਪੁਆਇੰਟਸ ਲਿਖ ਕੇ ਰੱਖੋ, ਕਾਫੀ ਤਰੀਕਿਆਂ ਨਾਲ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ। ਨੈਕਸਟ ਟੌਪਿਕ ਆਇਆ ਹੈ ਪੰਜਾਬ ਦੇ ਟੂਰਿਜ਼ਮ ਮਿਨਿਸਟਰ ਨੇ, ਸ਼ੀ ਹੈਜ਼ ਸੈਡ, ਅਨਮੋਲ ਗਗਨ ਮਾਨ, ਠੀਕ ਹੈ ਜੀ, ਫੀਮੇਲ ਟੂਰਿਜ਼ਮ ਮਿਨਿਸਟਰ ਹੈ ਪੰਜਾਬ ਦੀ। ਇਹਨਾਂ ਨੇ ਕੁਛ ਇਨੀਸ਼ੀਏਟਿਵਸ ਲੈਣ ਦਾ ਸੋਚਿਆ ਹੈ ਟੂ ਪ੍ਰਮੋਟ ਟੂਰਿਜ਼ਮ ਇਨ ਪੰਜਾਬ। ਠੀਕ ਹੈ, ਤੁਸੀਂ ਦੇਖੋ ਪੰਜਾਬ ਵਿੱਚ ਇੰਨਾ ਟੂਰਿਜ਼ਮ ਨਹੀਂ ਹੈ, ਤੁਸੀਂ ਬਾਕੀ ਸਟੇਟਸ ਦੇਖ ਲਓ, ਬੰਬੇ ਹੋ ਗਿਆ ਜਿਹੜੀ ਕਿ ਮਹਾਰਾਸ਼ਟਰ 'ਚ ਹੈ, ਗੁਜਰਾਤ 'ਚ ਦੇਖੋ, ਕੱਛ ਹੋ ਗਿਆ, ਸਾਊਥ ਇੰਡੀਆ ਦੇਖੋ, ਨੌਰਥ ਈਸਟ 'ਚ ਦੇਖੋ, ਹਰ ਏਰੀਆ ਵਿੱਚ ਪੀਪਲ ਆਰ ਗੋਇੰਗ ਫॉर ਟੂਰਿਜ਼ਮ ਪਰਪਸਿਸ। ਅਲੱਗ-ਅਲੱਗ ਤਰੀਕੇ ਦੀ ਟੂਰਿਜ਼ਮ ਹੈ। ਨੌਰਥ ਈਸਟ 'ਚ ਆਪਾਂ ਨੇਚਰ ਨੂੰ ਇੰਜੋਏ ਕਰਨ ਜਾਂਦੇ ਹਾਂ, ਸਾਊਥ ਵਿੱਚ ਆਪਣੀ ਕਲਚਰਲ ਟੈਂਪਲ ਹੈਰੀਟੇਜ ਦੇਖਣ ਜਾਂਦੇ ਹਾਂ ਆਪਾਂ, ਗੁਜਰਾਤ ਦੇ ਕੱਛ ਵਿੱਚ ਅਲੱਗ ਟਾਈਪ ਦੇ ਸਾਲਟ ਪੈਨਸ ਦੇਖਣ ਜਾਂਦੇ ਹਾਂ। ਤਾਂ ਪੰਜਾਬ ਵਿੱਚ ਵੀ ਟੂਰਿਜ਼ਮ ਪ੍ਰਮੋਟ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਟੂਰਿਜ਼ਮ ਆਪਣੀ ਇਕੋਨਮੀ ਨੂੰ ਵੀ ਪੁਸ਼ ਕਰੇਗਾ, ਪੰਜਾਬ ਦੀ ਇੰਪਲੋਇਮੈਂਟ ਵੀ ਜਨਰੇਟ ਕਰੇਗਾ, ਓਵਰਆਲ ਇੰਡੀਆ ਦੀ ਵੀ ਗਰੋਥ ਵਿੱਚ ਹੈਲਪ ਕਰੇਗਾ, ਰਾਈਟ। ਸੋ ਉਹੀ ਟੂਰਿਜ਼ਮ ਸੈਕਟਰ ਨੂੰ ਵਧਾਵਾ ਦੇਣ ਲਈ ਕਰੰਟਲੀ ਪੰਜਾਬ ਗਵਰਨਮੈਂਟ ਰੰਗਲਾ ਪੰਜਾਬ ਨਾਮ ਦਾ ਸੀਰੀਜ਼ ਆਫ ਫੇਅਰਸ ਐਂਡ ਫੈਸਟੀਵਲਸ ਲਾਂਚ ਕਰੇਗੀ। ਕਹਿਣ ਦਾ ਮਤਲਬ ਇਹ ਹੈ ਕਿ ਅਗਲੇ ਆਉਣ ਵਾਲੇ ਮਹੀਨਿਆਂ ਵਿੱਚ ਕਾਫੀ ਸਾਰੇ ਮੇਲੇ ਤੇ ਤਿਉਹਾਰ ਜਿਹੜੇ ਆ ਪੰਜਾਬ ਵਿੱਚ ਜਗ੍ਹਾ ਜਗ੍ਹਾ 'ਤੇ ਮਨਾਏ ਜਾਣਗੇ ਤਾਂ ਕਿ ਪੀਪਲ ਵੁੱਡ ਕਮ ਟੂ ਦੋਜ਼ ਪਲੇਸਿਸ ਟੂ ਵਿਟਨੈਸ ਦੀਜ਼ ਫੇਅਰਸ ਐਂਡ ਫੈਸਟੀਵਲਸ। ਠੀਕ ਹੈ, ਜਿਵੇਂ ਕਿ ਤੀਆਂ ਦਾ ਫੈਸਟੀਵਲ ਸੰਗਰੂਰ 'ਚ ਮਨਾਇਆ ਜਾਏਗਾ, ਮਾਘੀ ਮੇਲਾ ਮੁਕਤਸਰ 'ਚ ਮਨਾਇਆ ਜਾਏਗਾ, ਬਸੰਤ ਫੈਸਟੀਵਲ ਫਿਰੋਜ਼ਪੁਰ ਵਿੱਚ, ਕਿਲ੍ਹਾ ਰਾਏਪੁਰ ਰੂਲਰਸ ਓਲੰਪਿਕਸ, ਇਸ ਤਰੀਕੇ ਦੇ ਹੋਲਾ ਮੁਹੱਲਾ ਅਨੰਦਪੁਰ ਸਾਹਿਬ, ਇਸ ਤਰੀਕੇ ਦੇ ਜਗ੍ਹਾ ਜਗ੍ਹਾ 'ਤੇ ਫੇਅਰਸ ਤੇ ਫੈਸਟੀਵਲ ਆਰਗੇਨਾਈਜ਼ ਕੀਤੇ ਜਾਣਗੇ ਤਾਂ ਕਿ ਪੰਜਾਬ ਵਿੱਚ ਲੋਕ ਦੂਰੋਂ ਦੂਰੋਂ ਇਹ ਮੇਲੇ ਦੇਖਣ ਲਈ ਆਉਣ। ਠੀਕ ਹੈ, ਇਹਨੂੰ ਵੱਡਾ ਟਾਈਟਲ ਰੰਗਲਾ ਪੰਜਾਬ ਦਿੱਤਾ ਗਿਆ ਹੈ, ਰਾਈਟ। ਸੋ ਆਪਣੇ ਲਈ ਐਗਜ਼ਾਮ ਲਈ ਇਹ ਕਿਵੇਂ ਇੰਪੋਰਟੈਂਟ ਹੈ, ਦੇਖੋ ਟੂਰਿਜ਼ਮ ਸੈਕਟਰ ਨੂੰ ਪ੍ਰਮੋਟ ਕਰਨਾ ਬਹੁਤ ਜ਼ਰੂਰੀ ਹੈ। ਮੈਨੇ ਜਿਵੇਂ ਤੁਹਾਨੂੰ ਦੱਸਿਆ ਇਹਦਾ ਸਿਗਨੀਫਿਕੈਂਸ ਇਹ ਹੈ, ਇਕੋਨਮੀ ਨੂੰ ਪੰਜਾਬ ਦੀ ਨੂੰ ਬੂਸਟ ਮਿਲੇਗਾ। ਪੰਜਾਬ ਐਗਰੀਕਲਚਰ 'ਤੇ ਇੰਨੀ ਦੇਰ 'ਤੇ ਡਿਪੈਂਡੈਂਟ ਰਿਹਾ ਹੈ, ਹੁਣ ਆਪਾਂ ਚਾਹੁੰਦੇ ਹਾਂ ਕਿ ਹੋਰ ਸੋਰਸਿਸ ਆਫ ਰੈਵਨਿਊ ਵੀ ਦੇਖੇ ਜਾਣ ਅਤੇ ਟੂਰਿਜ਼ਮ ਇੱਕ ਬਹੁਤ ਇੰਪੋਰਟੈਂਟ ਸੋਰਸ ਹੋ ਸਕਦਾ ਹੈ। ਠੀਕ ਹੈ ਜੀ, ਉਹ ਤੋਂ ਬਾਅਦ ਸਰਕਾਰ ਫੋਕਸ ਕਰ ਰਹੀ ਹੈ ਕਿ 2.5 ਲੱਖ ਤੋਂ ਜ਼ਿਆਦਾ ਜੌਬਸ ਕ੍ਰੀਏਟ ਕਰਨੀਆਂ ਹੈ। ਆਪਾਂ ਪਿਛਲੀ ਵੀਡੀਓ 'ਚ ਹੀ ਡਿਸਕਸ ਕੀਤਾ ਸੀ ਕਿ ਜਿਵੇਂ ਆਪਣੇ CM ਭਗਵੰਤ ਮਾਨ ਹੀ ਇਜ਼ ਫੋਕਸਿੰਗ ਔਨ ਕ੍ਰੀਏਟਿੰਗ 2.77 ਲੱਖ ਜੌਬਸ, ਰਾਈਟ। ਟੂਰਿਜ਼ਮ ਕੈਨ ਬੀ ਅ ਬਿਗ ਸੈਕਟਰ ਵੇਅਰ ਦੀਜ਼ ਜੌਬਸ ਕੈਨ ਬੀ ਪ੍ਰਮੋਟਡ, ਰਾਈਟ। ਪੰਜਾਬ ਦੀ ਇਮੇਜ ਐਜ਼ ਅ ਸਟਰੋਂਗ ਸਟੇਟ ਕੈਨ ਬੀ ਕ੍ਰੀਏਟਡ ਬਾਈ ਪ੍ਰਮੋਟਿੰਗ ਟੂਰਿਜ਼ਮ ਐਂਡ ਲਗਜ਼ਰੀ ਐਕਟੀਵਿਟੀਜ਼ ਇਨ ਪੰਜਾਬ। ਠੀਕ ਹੈ ਜੀ, ਤਾਂ ਫਿਰ ਇਹ ਅਗੇਨ ਟੂਰਿਜ਼ਮ ਬਹੁਤ ਇੰਪੋਰਟੈਂਟ ਹੈ। ਅਗਰ ਤੁਸੀਂ ਐਗਜ਼ਾਮ ਵਿੱਚ ਲਿਖਣਾ ਹੋਵੇ, ਦੇਰ ਆਰ ਮਲਟੀਪਲ ਏਰੀਆਜ਼ ਇਨ ਵਿਚ ਟੂਰਿਜ਼ਮ ਕੈਨ ਬੀ ਪ੍ਰਮੋਟਡ ਇਨ ਪੰਜਾਬ, ਰਾਈਟ। ਤੁਸੀਂ ਦੇਖੋ ਕਿ ਰੂਰਲ ਟੂਰਿਜ਼ਮ ਆਪਾਂ ਪ੍ਰਮੋਟ ਕਰ ਸਕਦੇ ਹਾਂ ਜਿਹਦੇ ਵਿੱਚ ਵੀ ਕੈਨ ਸ਼ੋਕੇਸ ਦੀ ਕਲਚਰਲ ਵੈਲਥ ਆਫ ਪੰਜਾਬ, ਵੀ ਕੈਨ ਸ਼ੋ ਦ ਵਿਲੇਜਸ ਆਫ ਪੰਜਾਬ, ਜਿਵੇਂ ਕਿ DDLJ ਤੁਸੀਂ ਸਭ ਨੇ ਦੇਖੀ ਹੋਣੀ, ਸਰੋਂ ਦੇ ਖੇਤ ਕਿੰਨੇ ਫੇਮਸ ਹੋਏ ਸੀ ਉਹਦੇ ਕਰਕੇ। ਇਨ ਦ ਸਿਮਿਲਰ ਵੇ ਵੀ ਕੈਨ ਸ਼ੋਕੇਸ ਸੱਚ ਕਲਚਰਲ ਹੈਰੀਟੇਜ, ਆਵਰ ਵਿਲੇਜ ਹਾਊਸਿਸ ਆਰ ट्रेडिशनल वेज ऑफ मेकिंग मिल्क, कर्ड, बटर मिल्क, ऑल ऑफ दिस, लस्सी जिमें अपने इत्थे बहुत फेमस है। ये सब चीज़ां आपां शहरी लोगों को दिखा के टूरिज़म प्रमोट कर सकते हैं एंड ऑफ द इकोनॉमी नूं सपोर्ट कर सकते हैं,
ਰਾਈਟ। ਇਸੇ ਤਰੀਕੇ ਨਾਲ ਰਿਲੀਜੀਅਸ ਟੂਰਿਜ਼ਮ ਜਿਹੜਾ ਹੈ ਪੰਜਾਬ ਵਿੱਚ ਕਾਫੀ ਫੇਮਸ ਹੋ ਸਕਦਾ ਹੈ। ਸਿੱਖੀਜ਼ਮ ਲਈ ਹੱਬ ਰਿਹਾ ਹੈ ਪੰਜਾਬ, ਤਾਂ ਆਪਣੇ ਡਾਇਸਪੋਰਾ ਲਈ, ਆਪਣੇ ਹੋਰ ਇੰਡੀਅਨਸ ਨੂੰ ਸਿੱਖੀਜ਼ਮ ਦੀ ਬੇਸਿਕ ਵੈਲਿਊਜ਼ ਓਰੀਜਨਸ ਸ਼ੋਕੇਸ ਕਰਨ ਲਈ ਆਪਾਂ ਅਗੇਨ ਰਿਲੀਜੀਅਸ ਟੂਰਿਜ਼ਮ ਪੰਜਾਬ ਵਿੱਚ ਪ੍ਰਮੋਟ ਕਰ ਸਕਦੇ ਹਾਂ। ਨੇਚਰ ਬੇਸਡ ਟੂਰਿਜ਼ਮ ਨੂੰ ਵੀ ਪ੍ਰਮੋਟ ਕੀਤਾ ਜਾ ਸਕਦਾ ਹੈ। ਤੁਸੀਂ ਦੇਖੋ ਸਾਡੇ ਕੋਲ ਬਿਊਟੀਫੁਲ ਸ਼ਿਵਾਲਿਕ ਹਿਲਸ ਨੇ, ਵੈਟਲੈਂਡਸ ਨੇ ਕਾਫੀ ਸਾਰੀਆਂ ਜਿਹੜੀਆਂ ਕਿ ਰਾਮਸਰ ਦੇ ਅੰਡਰ ਵੀ ਰਿਕਗਨਾਈਜ਼ਡ ਨੇ। ਰਾਮਸਰ ਕਨਵੈਨਸ਼ਨ ਜਿਨ੍ਹਾਂ ਨੇ ਨਹੀਂ ਕੀਤੀ ਪਲੀਜ਼ ਕਰੋ, ਬਹੁਤ ਹੀ ਇੰਪੋਰਟੈਂਟ ਹੈ, ਰਾਈਟ। ਡਿਫਰੈਂਟ ਕਾइंड ऑफ ਬਰਡਸ ਐਂਡ ਸਪੀਸੀਜ਼ ਆਰ देयर दैट ਪੰਜਾਬ ਬਿਹੋਲਡਸ। तो ਉਹਨਾਂ ਸਭ ਨੂੰ ਆਪਾਂ ਨੇਚਰ ਬੇਸਡ ਟੂਰਿਜ਼ਮ ਦੇ ਅੰਡਰ ਸ਼ੋਕੇਸ ਕਰ ਸਕਦੇ ਹਾਂ, ਰਾਈਟ। ਸੋ ਇਹ ਸਭ ਏਰੀਆਜ਼ ਵਿੱਚ ਦੈਨ ਅਗੇਨ ਹੈਰੀਟੇਜ ਟੂਰਿਜ਼ਮ। ਪੰਜਾਬ ਕੋਲ ਬਹੁਤ ਹੀ ਸਿਗਨੀਫਿਕੈਂਟ ਹੈਰੀਟੇਜ ਹੈ। ਤੁਸੀਂ ਦੇਖੋ ਪੰਜਾਬ ਦੀ ਕਲਚਰ, ਪੰਜਾਬ ਦੀ ਪਰਾਂਦੀ, ਪਟਿਆਲਾ ਪੈਗ, ਇਹ ਤੁਹਾਨੂੰ ਕਿਤੇ ਨਹੀਂ ਮਿਲਣਾ। ਇਹ ਸਭ ਐਕਸਪੀਰੀਅੰਸਿਸ ਪੰਜਾਬ ਵਿੱਚ ਹੀ ਮਿਲਨੇ ਹੈ। ਵਾਈ ਡੋਂਟ ਵੀ ਯੂਜ਼ ਆਲ ਆਫ ਦਿਸ ਟੂ ਪ੍ਰਮੋਟ ਟੂਰਿਜ਼ਮ ਫਰੋਮ ਪੰਜਾਬ? ਠੀਕ ਹੈ, ਪੰਜਾਬ ਨੂੰ ਇਕੋਨੋਮਿਕ ਗਰੋਥ ਦੀ ਜ਼ਰੂਰਤ ਹੈ। ਆਪਾਂ ਇਹ ਸਭ ਸਾਰੇ ਦੁਨੀਆ ਨੂੰ, ਸਾਰੇ ਇੰਡੀਆ ਨੂੰ ਸ਼ੋਕੇਸ ਕਿਉਂ ਨਹੀਂ ਕਰਦੇ? ਪੰਜਾਬੀ ਜੁੱਤੀ ਹੋ ਗਈ, ਸਾਡੀ ਫੁਲਕਾਰੀ ਹੋ ਗਈ, ਠੀਕ ਹੈ, ਪੰਜਾਬ ਦਾ ਸਿਨੇਮਾ ਕਹਿ ਲਓ, ਇਹ ਸਭ ਪੰਜਾਬ ਦੀ ਗਰੋਥ ਵਿੱਚ ਹੈਲਪ ਕਰ ਸਕਦੇ ਹੈ। ਤੇ ਆਪਾਂ ਨੂੰ ਇਹਨਾਂ ਸਾਰੇ ਏਰੀਆਜ਼ ਵਿੱਚ ਟੂਰਿਜ਼ਮ ਪ੍ਰਮੋਟ ਕਰਨਾ ਚਾਹੀਦਾ ਹੈ, ਰਾਈਟ। ਇਹ ਸਾਰੇ ਨਾਮ ਲਿਖ ਕੇ ਰੱਖੋ, ਤੁਸੀਂ ਆਪਦੇ ਆਨਸਰਸ ਵਿੱਚ ਯੂਜ਼ ਕਰ ਸਕਦੇ ਹੋ whenever you have to write about Punjab's growth, how can it be promoted, how can the other sectors out of agriculture can be promoted, ਠੀਕ ਹੈ। ਇਹ ਤੁਹਾਡੇ ਇੰਟਰਵਿਊ 'ਚ ਵੀ ਕੰਮ ਆਉਣਗੇ, ਮੇਨਸ 'ਚ ਵੀ ਕੰਮ ਆਊਗਾ, ਤਾਂ ਇਹਨੂੰ ਅੱਛੇ ਤਰੀਕੇ ਨਾਲ ਆਪਦੇ ਕੋਲ ਲਿਖ ਕੇ ਰੱਖੋ। ਆਈ ਹੋਪ ਯੂ ਹੈਵ ਅੰਡਰਸਟੂਡ ਦੀ ਕਨਸੈਪਟ ਵਿਚ ਆਈ ਐਮ ਟਰਾਈਂਗ ਟੂ ਕਨਵੇ ਹੇਅਰ, ਰਾਈਟ। दैट इज़ अबाउट दिस न्यूज़। नैक्सट न्यूज़ आइटम है नैशनल लैवल की न्यूज़ है, गवर्नमेंट इंक्स पैक्ट विद 3 नेशनस, ठीक है। जिवें मैं तुहानूं दस्सिया इंडिया विच UPI पेमेंट्स बहुत वध गईयां है। इंडिया विच गवर्नमेंट ने डिजिटल पेमेंट्स नूं इन्ना पुश दिता है। हुण तुसीं देखो हर जगह ते तुसीं फोन कढ के पेमेंट करदे हो रादर दैन यूजिंग एनी अदर मीनस, राइट, कार्ड और कैश, राइट। सो डिजिटल टैक्नोलॉजी इंडिया विच, डिजिटल पेमेंट टैक्नोलॉजी काफ़ी बूस्ट हुई है। तो यही टैक्नोलॉजी इंडिया बाकी छोटे वड्डे देशों नाल भी हुण शेयर करेगा, right? This showcases the achievement that India has achieved in this section, that other countries also want this such technologies from India, ठीक है जी। लास्ट नहीं मतलब नेक्स्ट टॉपिक असी करते हैं गुजरात ब्रेसिस फॉर साइक्लोन, ठीक है जी। ये थोड़ा ऊपर नीचे हो गया है। देखो बेसिकली आपां कल पिछली वाली वीडियो च भी डिस्कस किया सी कि साइक्लोन बिपरजॉय जिहड़ा है वो अरेबियन सी विच हुण करंटली इंडिया दे विटनेस किया जा रहा है, राइट। मैंने तुहानूं पुछिया सी कि साइक्लोन फॉर्मेशन दी 5 कंडीशनस दसो ते डिफरेंस दसो, अरेबियन सी विच घट साइक्लोन्स क्यों आते हैं तो बे ऑफ बंगाल च क्यों ज़्यादा क्यों आते हैं। किसी ने इस क्वेश्चन का हजे तक रिप्लाई नहीं दिता, तो मैं तुहानूं दसदा ये दोनों क्वेश्चन ही बहुत ही इंपॉर्टेंट है एग्जाम के लिए, ठीक है। तो अज तुहानूं मैं दोबारा चांस दे रही हूँ कि ये दोनों क्वेश्चनों के आंसर तुसीं कमेंट सैक्शन च लिखोगे, राइट, ठीक है। तो बेसिक्स जिहड़े तुहाडे उस तो कवर हो जाने हैं। इस न्यूज़ च एक्चुअली मैं की डिस्कस तुहाडे नाल करना चाहनी है, बहुत ही इंपॉर्टेंट है। यह दस्सिया जा रहा है कि किवें गुजरात की एडमिनिस्ट्रेशन यह साइक्लोन दे लई तैयार हो रही है, साइक्लोन लई नाल भिड़ रही है, या लोकां नूं किवें साइक्लोन के इंपैक्ट्स तो बचाने लई काम कर रही है, ठीक है। ये बहुत इंपॉर्टेंट है क्योंकि अपने पंजाब दे आपां नूं पता है GS4 दे विच केस स्टडीज़ आंदियां हैं जिस च तुहानूं कह दिंदे हैं कि तुसीं एक जगह दे SDM हो या DSP हो या फलाना धिमकाना ऑफिसर हो, अगर तुहानूं ये सिचुएशन मिले वट विल बी योर रिस्पॉन्स, ठीक है। तो हुण इत्थे एक्चुअल न्यूज़ च आपां गुजरात दे रिस्पॉन्स तो बहुत कुछ सीख सकते हैं। जो चीज़ां ये साइक्लोन लई कर रहे हैं ओहो आपां पंजाब स्पैसिफिक सिचुएशनस च भी अप्लाई कर सकते हैं। पंजाब च देखो टोरनैडो आन लग गए हैं, डस्ट स्टॉर्म्स आन लग गए हैं, हीट वेव्स आन लग गई हैं, तो आपां सिमिलर काइंड ऑफ स्टैप्स जिहड़े पंजाब विच लै सकते हैं जिहड़े कि तुहानूं पेपर च पुछे जाणगे, ठीक है। इसलिए मैं इत्थे वो सारे स्टैप्स डिस्कस कर रही हूँ जिहड़ी गुजरात एडमिनिस्ट्रेशन करंटली लै रही है ते जिहड़े आपां भी लै सकते हैं अगर तुहाडे तो पुछा गया कि तुसीं एज एन SDM पंजाब विच इस जी कोई सिचुएशन वेले क्या करोगे, ठीक है। जिवें फर्स्ट गुजरात के एडमिनिस्ट्रेटर्स ने क्या किया, लोगों को इवैकुएट कर रहे हैं, ठीक है। जिहड़े लोग समुद्र के बहुत कोले रहिंदे है उन्होंने
इथों निकालिया जा रहा है, क्योंकि समुद्र के कोले ही सारे नाल ज़्यादा साइक्लोन का इंपैक्ट होना है। ठीक है, इस तरीके नाल साइक्लोन जिहड़ा है आंदा है, सी ते लैंड के टैंपरेचर के डिफरेंस के थ्रू ये मूव करता है। जद ही लैंड ते आंदा है तो थोड़ा एरिया च डिस्ट्रक्शन क्रिएट करके उस तो बाद डेसीपेट हो जाता है। ठीक है, बेसिक्स अगर तुसीं पढ़िया है तो थोड़ा समझोगे, राइट। सो सी ਦੇ ਕੋਲੇ ਰਹਿਣ ਵਾਲੇ ਲੋਕਾਂ ਨੂੰ ਇਵੈਕੂਏਟ ਕੀਤਾ ਜਾ ਰਿਹਾ ਹੈ, ਉਹਨਾਂ ਨੂੰ ਸੇਫ ਜਗ੍ਹਾਵਾਂ ਤੇ, ਜਿਨ੍ਹਾਂ ਨੂੰ ਆਪਾਂ ਸੇਫ ਸ਼ੈਲਟਰਸ ਵੀ ਕਹਿੰਦੇ हैं, ਉੱਥੇ ट्रांसफर ਕੀਤਾ ਜਾ ਰਿਹਾ है, राइट। बहुत सारी स्टेट्स ਜਿਹੜੀਆਂ कि साइक्लोन दोबारा विटनेस करदियां है, हर साल विटनेस करदियां है, जिवें कि ओडिशा, उन्होंने यह जे सेफ शैल्टर्स का परमानेंट बना रखे है, क्योंकि हर साल जो साइक्लोन्स का मौसम हुंदा है, ये लोगों को इवैकूएट करके इन्हां शैल्टर्स विच भेज दिंदे ने। ठीक है, तो इस तरीके नाल गुजरात ने भी टैंपरेरी सेफ शैल्टर्स बना के लोगों को उत्थे शिफ्ट किया है, राइट। वो तो बाद फिशरमैन जिहड़े है काफ़ी वलनरेबल हुंदे है, फिशिंग एक्टिविटी पूरी सस्पेंड कर दी गई है। अर्ली वार्निंग सिस्टम्स सारे फिशिंग ते सी दे आस पास लैन वाले लोगों को भेजे जा रहे हैं, ताकि लोग जिहड़े है वाटर के किनारे या थ्रैट वाले एरियाज विच ना जान। ठीक है जी, उस तो बाद वेरी इंपॉर्टेंट पॉइंट, सैक्शन 144 हैज़ बीन इम्पोज्ड इन कोस्टल एरियाज। की सैक्शन 144 च क्या हुंदा है, मैं वैसे पहले डिस्कस कर चुकी हाँ एक बार। 4 या 5 तो ज़्यादा लोग इकट्ठे खड़े नहीं हो सकते एक जगह पे मिलके। ठीक है, क्योंकि ये डिफ़िकल्ट सिचुएशन है, इत्थे भीड़ भड़ाका या इस तरीके की सिचुएशन नहीं चाहिए कि लोग अपने आप को थ्रैटन करें। इसीलिए सैक्शन 144 लगाया गया है, जिथे एडमिनिस्ट्रेशन को एक्सैसिव पावर्स मिलदियां ने लोगों को मैनेज करने लई। ठीक है, तो तुसी भी यह जे सैक्शनस आपकी केस स्टडीज़ च मैंशन कर सकते हो। ऑलवेज ਜਿਹੜੇ भी न्यूज़ च सैक्शनस आन, इंपॉर्टेंट आर्टिकल्स आन, उन्होंने अड लिस्ट बना के रखो। ठीक है, जिमें कि सैक्शन 377 बहुत फेमस है, यू विल टेल मी कि किस नाल रिलेटेड है ये, इन्हां ते तां मूवियां भी बहुत सारियां बन गई है। ठीक है, तो ये सारे सैक्शनस तुसी यूज़ कर सकते हो आपदी केस स्टडीज़ दे विच, राइट। दैट इज़ वॉट आई वॉन्टेड टू शो यू थ्रू दिस पॉइंट। इत्थे सैक्शन 144 रेलीवेंट है, तुहाडे सामने जिहड़ा केस आऊ उस लई जो भी सैक्शन रेलीवेंट है वो तुसी लिख सकते हो। 144 वैसे काफ़ी यूजफुल हुंदा है, इनू लिख के रखो आपदे कोल, मैं पहला भी ये डिस्कस कर चुकी है, राइट। उस तो बाद नैक्सट स्टैप इन्होंने क्या लिता है, सारे स्कूल्स कॉलेजेस बंद कर दिते गए ने। अगेन आप बच्चों को किसी डेंजर च पाना नहीं चाहते, इसलिए पहला ही प्रिवेंटिव स्टैप्स दिते जा रहे हैं कि घरे बैठो अपने सेफ इन्वायरमेंट विच, बाहर जांदियां ही कोई दुर्घटना ना हो जाए, राइट। लास्ट पॉइंट वेरी वेरी इंपॉर्टेंट, अगेन NDRF नैशनल डिजास्टर रिस्पॉन्स फोर्स ते स्टेट डिजास्टर रिस्पॉन्स फोर्सिस नू तैयार रखा गया है कि अगर कितने ऐसी सिचुएशन होगी कि लोग जिहड़े है फस जाते ने पानी विच या आपदे घरां विच या किसी भी कंडीशन विच फस जाते ने, तां ये जिहड़े अपने ट्रेनड परसनैल है ये उन्हां नू जाके बचाणगे, राइट। नैशनल डिजास्टर रिस्पॉन्स फोर्स सेंट्रल गवर्नमेंट के अंडर आती है, स्टेट हर स्टेट ने क्रिएट करनी है। ऑल्दो सारी स्टेटा ने क्रिएट नहीं की है, इंडिया के 4-5 ही ऐजिया स्टेट्स है जिन्हों के स्टेट डिजास्टर रिस्पॉन्स फोर्स है। एंड वैसे आई एम नॉट श्योर बट पंजाब विच ये हजे नहीं एग्जिस्ट करती स्टेट डिजास्टर रिस्पॉन्स फोर्स। कुछ ही स्टेट्स है जिमें कि गुजरात, ओडिशा, महाराष्ट्र, इन्हां विच ही हजे तक स्टेट डिजास्टर रिस्पॉन्स फोर्स है, राइट। सो इस टाइम ते गुजरात विच ये दोनों भी स्टैंड बाय ते रखिया गई है कि कभी भी कोई इवेंचुअलिटी आई एकदम जाके लोगों को बचाने विच रेस्क्यू ऑपरेशंस च हेल्प करनगियां, राइट। ये सारे पॉइंट्स लिख के रखो, ये तुहाडे बहुत बहुत काम आएंगे। इवैक्यूएशन के कीवर्ड्स ने शेल्टर्स, सेफ शेल्टर्स, राइट। सैक्शन XYZ जो भी साढ़े रेलीवेंट हो वो तुसी यूज़ कर सकते हो। सैक्शन 144 याद रखना है, इनू डिटेल च पढ़ लेना है। अर्ली वार्निंग सिग्नल्स या वार्निंग सिस्टम्स डिप्लॉय करने हैं। NDRF SDRF यूज़ करनी है। ये की पॉइंट्स लिख के रखो, सोडे हर सोडे केस स्टडीज़ च काफ़ी इंपॉर्टेंट है, बहुत ज़्यादा काम आएंगे, राइट। आई कैन नॉट एम्फसाइज इनफ बट दिस इज़ हाउ यू मेक नोट्स फ्रॉम न्यूज़पेपर। सारे बच्चे मैनू मैसेज करते रहते हैं कि मैम नोट्स किवें बनाने हैं, नोट्स किवें बनाने हैं। दिस इज़ हाउ यू मेक, यू हैव टू नो द इंपॉर्टेंस ऑफ द न्यूज़ कि वो न्यूज़ तुहाडे किस काम आएगी, तो उस चों एवें तुसी पॉइंट वाइज नोट्स बनाने हैं। यू डू नॉट हैव टू राइट बिग लाइन्स एंड ऑल, जस्ट जिन्ना तुहाडे समझ आवे उन्नी
4-5 वर्ड्स च या मैक्सीमम एक लाइन, एक या 2 लाइन्स विच वो पॉइंट लिखण की कोशिश करो। इन्ना छोटा पहुँचण का तो लैवल हजे तुहाडा टाइम लगेगा। आई एम वेरी एक्सपीरियंसड, सब कुछ याद ही है, तो इसीलिए एक वर्ड नाल सर जांदा है मेरा। तुसी हजे थोड़े लंबे नोट्स बनाओगे, बट हौली हौली करके तुसी भी इस लैवल ते पहुँच जाओगे, राइट। बट फॉर दैट यू हैव टू एटलीस्ट स्टार्ट। बहुत सारे बच्चे तो बनाते ही नहीं है, कुछ बच्चे बनाना शुरू करते हैं फिर विच छड्ड देंगे है। सो दैट इज़ ऑफ नो यूज़। कंसिस्टेंसी इज़ द की। एक दिन तो डे 1 तो शुरू करके टिल द डेट ऑफ योर एग्जाम यू हैव टू कंटिन्यूसली रिपीट दीज प्रोसेसिस। न्यूज़पेपर पढ़ना, नोट्स बनाना, रिविजन करना, आपदे स्टैटिक पार्ट की रिविजन करना, टेस्ट लिखना, आंसर्स लिखना, ऑल ऑफ दैट यू हैव टू डू। ठीक है, ਜਿਹੜਾ ਬੰਦਾ ਇਹਨਾਂ ਨੂੰ ਕੰਸਿਸਟੈਂਸਲੀ ਕਰਦਾ ਹੈ ਉਹਦਾ ਹੀ ਨਾਮ ਅਲਟੀਮੇਟਲੀ PDF ਚ ਆਉਂਦਾ ਹੈ, ਰਾਈਟ। ਸੋ ਮੇਕ ਸ਼ੋਰ ਯੂ ਡੂ ਇਟ ਕੰਸਿਸਟੈਂਟਲੀ। ਤੁਹਾਨੂੰ ਕੋਈ ਵੀ ਇਸ਼ੂ ਆਵੇ ਯੂ ਕੈਨ ਜਸਟ ਮੈਸੇਜ ਮੀ ਐਟ ਦਿਸ ਨੰਬਰ। I am there to assist you in all ways possible। and ਹੁਣ ਤਾਂ ਮੈਂ mentorship program ਵੀ ਸ਼ੁਰੂ ਕਰੂੰਗੀ, ਤਾਂ ਇੱਕ ਬੰਦੇ ਦਾ whoever will join us, you know, ਸਿਰ ਤੇ ਬੈਠ ਕੇ ਉਹਨਾਂ ਦੀ ਪਰਫਾਰਮੈਂਸ ਚੈੱਕ ਕੀਤੀ ਜਾਏਗੀ, ਰਾਈਟ। नैक्सट आर्टिकल कर लें, इंडिया बांग्लादेश रिलेशनस लिए काफ़ी इंपॉर्टेंट आर्टिकल है। इंडिया बांग्लादेश रिलेशनस देखो इन जनरल बहुत अच्छे ने। तुसी देखो इकोनॉमी के फील्ड चो, पॉलिटी, कल्चर, सिक्योरिटी, इन्वायरमेंट, डिजास्टर मैनेजमेंट, हर फील्ड च वी आर कोऑपरेटिंग इन डिफरेंट वेज। ट्रेड, इन्वेस्टमेंट, टूरिज्म काफ़ी हाई है दोनों कंट्रीज़ दे विच। बॉलीवुड, क्रिकेट, मैडिकल टूरिज्म कॉमन लिंक्स की तरह एक्ट कर रहे हैं। क्रिकेट च तुसीं देखो बहुत सारे प्लेयर्स है बांग्लादेश के जिहड़े कि आपां नूं बहुत पसंद है। इस तरीके नाल बहुत सारे प्लेयर्स है इंडिया के जिन्हां दे फैंस बांग्लादेश च बैठे है। सो क्रिकेट हैज़ बीन एक्टिंग एज अ कॉमन लिंक। मैडिकल टूरिज्म, बांग्लादेश वन ऑफ द लार्जेस्ट सेंडर है ऑफ मैडिकल टूरिस्ट टू इंडिया, स्पैशली चेन्नई जिहड़ा है हब है मैडिकल टूरिज्म का इंडिया विच। ते मेजर पेशेंट्स बांग्लादेश तो आते हैं। ईवन बांग्लादेश गवर्नमेंट ने तो इत्थे आपदा एक एम्बेसी ऑफिस भी एस्टैबलिश कर दिता है चेन्नई विच टू असिस्ट इट्स पीपल हु आर कमिंग फॉर मैडिकल पर्पसेस। ठीक है, सो पीपल टू पीपल टाइज बहुत ज़्यादा स्ट्रॉन्ग ने। सिक्योरिटी इंश्योर करने लिए असी डिफरेंट फील्ड्स कोऑपरेट कर रहे हैं। टैररिज्म नाल रिलेटेड रिसेंटली बांग्लादेश विच टैररिस्ट अटैक होने वाला सी जदों, उदों इंडिया ने ही उन्होंने अलर्ट किया सी। इस तरीके नाल बांग्लादेश ने हेल्प किया है अपनी नॉर्थ ईस्ट च जिहड़ी इंसरजेंसी है उन्होंने कर्ब करन च। ठीक है, इलाइगल माइग्रेशन ते दोनों कोऑपरेट कर रहे हैं। जिन्नी ट्रैफिकिंग होंदी है, राइट। मैं ज़्यादा डिटेल च इहनूं इसलिए नहीं दस रही क्योंकि इस थोड़ा स्टैटिक का पार्ट है। मैं जस्ट की पॉइंट्स डिस्कस कर रही हूँ। जिहड़े बच्चे ने कभी पढ़िया ही नहीं इंडिया बांग्लादेश उन्हां लई मे बी ये थोड़ा डिफिकल्ट हो सकता है समझना, बट जिहड़े एक बार पढ़ चुके हैं they will understand what I am trying to say here। मैं शॉर्ट च तुहानूं ये पॉइंट्स दिखाए हैं टू लैट यू नो अगेन हाउ टू मेक नोट्स। दिस इज़ हाउ इंडिया बांग्लादेश टाइज तुहाडे होने चाहिए ने, राइट। हुण लेटेस्ट डेवलपमेंट जिहड़ी हुई है वो देख लैंदे हैं। सो रिसेंटली दोनों कंट्रीज़ दी यू नो आर्मीज़ दे विच मीटिंग हुई है, राइट। तो यह टॉक्स जिहड़ियां है बॉर्डर टॉक्स इन्हां नूं कहंदे ने, जिहड़ी बॉर्डर ते अपनी फोर्सिस तैनात ने। कॉमन बॉर्डर है देखो ऑलमोस्ट 4000 किलोमीटर का साडा कॉमन बॉर्डर है। जिहड़ी बॉर्डर ते फोर्सिस तैनात है उन्हां दे विच एनुअली डिस्कशन हुंदी रहिंदी है टू डिस्कस ऑन वेरीअस इशूज़ दैट दे आर फेसिंग इन कॉमन, जिवें कि ट्रैफिकिंग का इशू हो गया, कैटल स्मगलिंग, इस तरीके के इशूज़ इस मीटिंग च डिस्कस किए जाते हैं, राइट। तो ये मीटिंग्स जिहड़ियां 1975 तो शुरू हुई, उदों ये एनुअली हुंदियां सी, बट हुण 1993 तो बाद ये बाई एनुअल हो गई हैं, 2 सालों चों एक बार हुंदी, राइट। You can write the example of these bilateral talks as a means to ensure security cooperation between the two countries। ठीक है जी। लास्ट टॉपिक कर लेने हैं डायबिटीज़ बर्डन। सो एक आर्टिकल आया सी जिहड़ा कि कह रहा सी कि पंजाब च इंडिया विच स्पैशली डायबिटीज़ का बर्डन जिहड़ा है काफ़ी वधदा जा रहा है। इट इज़ अ नॉन कम्युनिकेबल डिसीज़, यानी कि एक जाने तो दूसरे जाने तक नहीं पहुँचती खंगन वगैरह नाल, बट इट इज़ अ लाइफ स्टाइल डिसीज़। कहने का मतलब है अपने लाइफ स्टाइल्स जिहड़े है काफ़ी खराब हो गए हैं। आप एक्सरसाइज नहीं करते, आप अच्छा फूड नहीं खाते, जिस दी वजह तो
ਕਾਫੀ ਜ਼ਿਆਦਾ ਆਪਣੇ ਹੈਲਥ ਤੇ ਇੰਪੈਕਟ ਪੈ ਰਹੇ ਨੇ, ਰਾਈਟ। ਤਾਂ ਡਾਇਬਟੀਜ਼ ਵੀ ਬਹੁਤ ਵੱਧ ਰਿਹਾ ਹੈ ਅਕੋਰਡਿੰਗ ਟੂ ਅ ਰੀਸੈਂਟ ਸਰਵੇ, ਜਿਸ 'ਚ 20 ਸਾਲ ਤੋਂ ਜ਼ਿਆਦਾ ਉਮਰ ਵਾਲੇ ਲੋਕਾਂ ਨੂੰ ਅਸੈਸ ਕੀਤਾ ਗਿਆ ਤੇ ਇਹ ਪਾਇਆ ਗਿਆ ਕਿ ਉਸ 'ਚੋਂ ਅਮੰਗਸ ਦੀ ਸਰਵੇਡ ਪੋਪੂਲੇਸ਼ਨ ਆਲਮੋਸਟ 11% ਤੋਂ ਜ਼ਿਆਦਾ ਲੋਕ ਜਿਹੜੇ ਆ ਡਾਇਬਟੀਜ਼ ਸਫਰ ਕਰ ਰਹੇ ਸੀ, ਠੀਕ ਹੈ। ਡਾਇਬਟੀਜ਼ ਹੀ ਕੌਜ਼ ਬਣਦਾ ਹੈ ਬਹੁਤ ਸਾਰੇ ਹੋਰ ਪ੍ਰੋਬਲਮਸ ਦਾ, ਹਾਰਟ ਫੇਲੀਅਰਸ, ਕਿਡਨੀ ਫੇਲੀਅਰਸ, ਲੋਅਰ ਲਿੰਬ ਐਂਪੂਟੇਸ਼ਨ। ਡਾਇਬਟੀਜ਼ ਤਾਂ ਸਭ ਤੋਂ ਭੈੜੀ ਬਿਮਾਰੀ ਹੈ, ਕਿਸੇ ਨੂੰ ਕੁਝ ਵੀ ਹੋ ਜਾਏ ਬਟ ਡਾਇਬਟੀਜ਼ ਨਾ ਹੋਵੇ, ਠੀਕ ਹੈ। ਡਾਇਬਟੀਜ਼ ਬੰਦੇ ਨੂੰ ਹੌਲੀ ਹੌਲੀ ਖਤਮ ਕਰਦਾ ਹੈ ਅੰਦਰੋਂ, ਤੇ ਮਤਲਬ ਭਿਆਨਕ ਮੌਤ ਜਿਵੇਂ ਕਹਿ ਸਕਦੇ ਹੋ ਉਹ ਹੁੰਦੀ ਹੈ, ਰਾਈਟ। ਬੁਢਾਪੇ 'ਚ ਸਮਝ ਆਉਂਦਾ ਇਹ ਸਭ ਚੀਜ਼ਾਂ ਦਾ, ਠੀਕ ਹੈ। ਤਾਂ ਮੈਂ ਪ੍ਰਪੇਅਰ ਕਰ ਵਾਲੇ ਬੱਚਿਆਂ ਨੂੰ ਵੀ ਇਹੀ ਸਲਾਹ ਦਊਂਗੀ ਕਿ ਪਲੀਜ਼ ਕੀਪ ਅ ਹੈਲਦੀ ਲਾਈਫ ਸਟਾਈਲ। ਆਪਾਂ ਕਿਆ ਕਰਦੇ ਹਾਂ ਕਿ ਜਿਹੜੇ ਬਾਲੇ ਸੀਰੀਅਸ ਬੱਚੇ ਹੁੰਦੇ ਆ, ਇਵਨ ਮੈਂ ਆਪਦੀ ਸਟੋਰੀ ਦੱਸਾਂ ਤਾਂ ਆਈ ਹੈਡ ਆਲਸੋ ਫੋਕਸਡ ਸੋ ਮਚ ਔਨ ਸਟੱਡੀਜ਼, ਤੇ ਉਹ ਤੋਂ ਬਾਅਦ ਸਟ੍ਰੈਸ ਨੂੰ ਕੰਬੈਟ ਕਰਨ ਲਈ ਮੈਂ ਇੰਨਾ ਸ਼ੂਗਰ ਵਗੈਰਾ ਖਾਣ ਲੱਗ ਗਈ ਸੀ, ਪ੍ਰੋਸੈਸਡ ਸ਼ੂਗਰ ਸਪੈਸ਼ਲੀ ਇਨ ਦੀ ਫਾਰਮ ਆਫ ਬਿਸਕਿਟਸ ਐਂਡ ਆਲ, that I gained so much weight, ਠੀਕ ਹੈ। ਮੇਰਾ ਵੀ 85 ਦੇ ਅਰਾਊਂਡ weight ਪਹੁੰਚ ਗਿਆ ਸੀ। ਸੋ ਇਟ ਵਾਜ਼ ਇਹ ਬਹੁਤ ਅਨਹੈਲਦੀ ਵੇ ਹੈ ਆਫ ਪ੍ਰਿਪੇਅਰਿੰਗ ਫॉर ਐਨੀ ਐਗਜ਼ਾਮ ਔਰ ਲਿਵਿੰਗ ਐਨੀ ਲਾਈਫ। ਆਈ ਵੁੱਡ ਰਿਕਮੈਂਡ ਯੂ ਫਰੋਮ ਪਰਸਨਲ ਐਕਸਪੀਰੀਅੰਸ ਕਿ ਆਪਦੀ ਹੈਲਥ 'ਤੇ ਹਮੇਸ਼ਾ ਧਿਆਨ ਦਿਓ, ਦਿਨ ਵਿੱਚ 1 ਘੰਟਾ ਜ਼ਰੂਰ ਦਿਓ ਫਿਜ਼ੀਕਲ ਐਕਟੀਵਿਟੀ ਨੂੰ, ਦੈਟ ਵਿਲ ਹੈਲਪ ਯੂਅਰ ਮੈਂਟਲ ਹੈਲਥ, ਯੂਅਰ ਫਿਜ਼ੀਕਲ ਹੈਲਥ ਐਂਡ ਯੂਅਰ ਪ੍ਰੈਪਰੇਸ਼ਨ ਆਲਸੋ। ਐਂਡ ਓਨਲੀ ਈਟ ਹੈਲਦੀ ਫੂਡ, ਡੋਂਟ see healthy food as a stressful activity, rather consider it as a lifestyle choice to be happy, healthy and wealthy ਵੀ ਜਿਵੇਂ ਆਪਾਂ ਕਹਿੰਦੇ हैं, ਠੀਕ ਹੈ। so bring those changes in your lifestyle for better results overall, ਠੀਕ ਹੈ ਜੀ। ਸੋ ਇਹ ਡਾਟਾ ਹੈ ਥੋੜਾ ਜਿਹਾ ਤੁਸੀਂ ਆਨਸਰਸ 'ਚ ਯੂਜ਼ ਕਰ ਸਕਦੇ ਹੋ, that is why I have discussed it. That is all from today's discussion. ਅਗਰ ਤੁਹਾਨੂੰ ਕੋਈ ਵੀ ਡਾਊਟ ਹੈ then you can message me, ਟੈਸਟ ਸੀਰੀਜ਼ ਨੂੰ ਜ਼ਰੂਰ ਦੇਖੋ। That is all for this discussion. Thank you so much for watching.